ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ। ਕਮ ਸੇ ਕਮ 24 ਘੰਟਿਆਂ 'ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ, ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਮੈਂ ਕਾਮਨਾ ਨੂੰ ਨੇੜੇ ਆਣ ਹੀ ਨਹੀਂ ਦੇਣਾ, ਉਸ ਸਮੇਂ ਤੇ ਨਹੀਂ ਆਣ ਦੇਣਾ। ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰਦਾ ਹੈ, ਰੋਜ਼ ਹਾਰ ਹੁੰਦੀ ਹੈ। ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ, ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ, ਕਾਮਨਾ ਕਰਕੇ ਹੀ ਕਰਾਂ। ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ, ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ। ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦਿੰਦੀਆਂ, ਕਾਮਨਾਵਾਂ ਕਈ ਦਫਾ ਮੰਦਿਰ ਮਸਜਿਦ ਗੁਰਦੁਆਰੇ ਆਣ ਨਹੀਂ ਦਿੰਦੀਆਂ, ਕੁਝ ਵੀ ਨਹੀਂ ਕਰਨ ਦਿੰਦੀਆਂ। ਕਾਮਨਾਵਾਂ ਮੰਦਿਰ ਮਸਜਿਦ ਆਣ ਤੋਂ ਰੋਕ ਦੇਣਗੀਆਂ ਤੇ ਜੇ ਬੰਦਾ ਆ ਗਿਆ, ਥੋੜਾ ਜਿਹਾ ਸੰਕਲਪ ਉਸਦਾ ਪ੍ਰਬਲ ਹੈ, ਆ ਗਿਆ ਤੇ ਕਾਮਨਾ ਕਹੇਗੀ ਆਪਾਂ ਵੀ ਤੇਰੇ ਨਾਲ ਹੀ ਬੈਠਣਾ, ਕਿੱਥੇ ਜਾਣਾ ਹੈ, ਜਾ ਗੁਰਦੁਆਰੇ, ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ। ਕਾਮਨਾ ਫਿਰ ਮਨ ਨੂੰ ਲਈ ਫਿਰਦੀ ਹੈ। ਕਾਹੂੰ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ। ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ। ਕਿਉਂ? ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਹੁੰਦੀ ਹੈ, ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਹੁੰਦੀ ਹੈ। ਕਿਉਂ? ਖਤਰਾ ਕਾਨੂੰਨ ਦਾ, ਖਤਰਾ ਸਮਾਜ ਦਾ, ਪਕੜੇ ਜਾਵਾਂਗੇ। ਤਾਂ ਉਹਦੇ ਸੰਸਕਾਰ ਬਣ ਜਾਂਦੇ ਨੇ। ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਦੇ ਵਿੱਚ ਹੋਵੇ ਉਹੀ ਕਰਮ ਮਨ ਦੇ ਵਿੱਚ ਲਿਖਿਆ ਜਾਂਦਾ, ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ, ਮੇਰੇ ਕੰਠ ਤੋਂ ਥੱਲੇ ਗਿਆ, ਮੈਂ ਪ੍ਰਵਾਨਦੇ ਹਾਂ, ਉਹੀ ਮੇਰੇ ਤਨ ਦਾ ਹਿੱਸਾ ਬਣਦਾ, ਦੂਜਾ ਨਹੀਂ। ਥਾਲੀ 'ਚ ਪਿਆ ਮੇਰੇ ਸਾਹਮਣੇ, ਸਾਰਾ ਦਿਨ ਪਿਆ ਰਵੇ, ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਛ ਮਾਤਰਾ ਦੇ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ, ਤੇ ਇਹਦੀ ਜਿਹੜੀ ਮਾਤਰਾ ਸਰੀਰ ਦੇ ਵਿੱਚ ਰਹਿ ਜਾਏਗੀ ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਹੱਡੀਆਂ ਨੇ, ਉਹੀ ਚਰਬੀ ਹੈ। ਜਿਸ ਕਰਮ ਦੇ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਦੇ ਵਿੱਚ ਲਿਖਿਆ ਜਾਏਗਾ, ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਹੈ ਉਹ ਫਿਰ ਵਿਚਾਰਾਂ 'ਚ ਚਲੇਗਾ, ਕਿਉਂਕਿ ਮਨ ਨਾਲ ਕੀਤਾ ਹੈ, ਪੂਰੀ ਇਕਾਗਰਤਾ ਨਾਲ ਕੀਤਾ ਹੈ। ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ੍ਹ ਲੈਂਦੀਆਂ, ਬੜੀ ਵਿਦਿਆ ਹਾਸਲ ਕੀਤੀ ਹੈ, ਬੜੀਆਂ ਬੜੀਆਂ ਡਿਗਰੀਆਂ ਹਨ, ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ, ਪਰ ਸਾਹਿਬ ਕਹਿੰਦੇ ਨੇ ਮੂੜ ਦਾ ਮੂਰ ਹੈ, ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ। ਬਥੇਰੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ। ਕਾਇਆ ਕਾਗਦ ਮਨ ਪਰਵਾਣਾ, ਮਨ ਪ੍ਰਵਾਣਾ ਹੈ, ਲਿਖਿਆ ਹੋਇਆ ਲੇਖ ਹੈ, ਮਨ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਸਿਰ ਦੇ ਲੇਖਾਂ ਨੂੰ ਪੜ੍ਹਨਾ ਨਹੀਂ ਆਉਂਦਾ ਜੋ ਸਿਰ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਨੇ, ਸੋਚਣੀ ਚੱਲਦੀ ਰਹਿੰਦੀ ਹੈ, ਯਾਦਾਂ ਚੱਲਦੀਆਂ ਰਹਿੰਦੀਆਂ ਨੇ। ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ, ਲੇਖ ਬੁਰੇ ਲਿਖੇ, ਵਿਚਾਰ ਗਲਤ ਚੱਲ ਰਹੇ ਨੇ, ਲੇਖ ਗਲਤ ਲਿਖੇ ਗਏ ਨੇ। ਸੋਚਣੀ ਗਲਤ ਚੱਲ ਰਹੀ ਹੈ, ਲੇਖ ਗਲਤ ਲਿਖੇ ਗਏ ਨੇ। ਮਹਾਰਾਜ ਕਹਿੰਦੇ ਕੋਈ ਪੜ੍ਹਦਾ ਹੀ ਨਹੀਂ, ਚੱਲਦੇ ਪਏ ਨੇ, ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਏ ਨੇ। ਖਾਧਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ, ਮਨ ਦੇ ਤਲ ਤੇ ਕੀਤਾ ਹੋਇਆ ਪੂਰਾ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ, ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ, ਹਰ ਰੋਜ਼ ਔਸਤਨ ਬੁਰਾਈ ਵੱਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ ਵਿੱਚ।
और हर रोज औसतन भलाई घटती जा रही है सारे संसार दे विच। क्यों? हर बुरे कर्म दे विच मन की एकाग्रता है, हर बुरे कर्म दे विच मनुख सावधान है। बेईमानी दे विच बड़ा सावधान है, अगर सावधान नहीं तो इसकी बेईमानी पकड़ी जाएगी। हर गलत कर्म दे विच ये पूरा सावधान है, एकाग्र है। अगर एकाग्र नहीं, सावधान नहीं है तो पकड़िया जाएगा, दूजे दी पकड़ दे च आ जाएगा। हर बुरे कर्म नूं समाज ते कानून दी निगाह तो बचा के करना पैंदा है। शुभ कर्म दे उत्ते कोई पर्दा पाउण दी लोड़ नहीं, ये भी मैं अर्ज करदे हां। जिवें फुल्लां नूं ढकण दी लोड़ नहीं, गंदगी नूं ढकना पैंदा है। गंदगी नूं खुला नहीं रखना पैंदा, ढकना पैंदा है। लेकिन फुल्लां नूं ढकण दी लोड़ है, किसी भी शुभ कर्म नूं छुपाउण दी लोड़ ही नहीं है, लोड़ ही नहीं है। शुभ कर्म ते फुल्लां दी तरह ने, उन्हां दी ते महक है, सुंदर ने, बड़ा सुहापण है। ठीक है, जमीन दे उत्ते भावें फुल वधदे जा रहे होवन, मनुख दी जीवन दी धरती दे ते कंडे ही कंडे वधदे जा रहे हैं, फुल कोई नहीं। ये भी मैं अर्ज करते हैं, हकीकत है, बहुत वड्डी सच्चाई है। समाज सारी दुनिया दा अनुभवी पुरुष कहंदे ने औसतन बुरा होंदा जा रहा है। बाजार दे च बुराई, घर बार दे च बुराई, गुस्ताखी माफ, बार बार माफी मैं मंग रहा, मंदिर मस्जिद गुरुद्वारियां च बुराई लै जांदियां ने पग्गां बाजार दे च, लै जांदियां ने पग्गां मंदिर मस्जिद गुरुद्वारियां च। बुरे कर्म होंदे ने संसार दे च, बुरे कर्म तीर्थां ते भी आउंदे ने, मंदिरां च भी आउंदे ने। समुचा संसार दा समाजिक ढांचा रोज रोज बुरा होंदा जा रहा है, बुरा होंदा जा रहा है। क्यों? बुरे कर्म दे च पूरी एकाग्रता है, मन का हिस्सा बन जाता है। ते जिहड़ा कर्म मन का हिस्सा बन गया, मन फिर प्रेरदा है उस कर्म नूं, वो करना है, फिर करना है, क्योंकि विचारां च चलदा है, सोचणी चलदा है। खादा होया भोजन जिवें खून दे चलदा है, मन दे तल ते कीता होया कर्म जिहदे च एकाग्रता है, सावधानी है, वो मन दे च बार बार चलदा है, याद दे चलदा है, विचारां च चलदा है, और फिर उस तो मनुख प्रेरित होके फिर वही करदा है। एक भुल एक दफा नहीं करदा, फिर बार बार करदा है। भुलावड़े भुल्ली भुल भुल पछोताणी। थोड़ा जिहा ठीक है सत्संगी होवे, कदी कदी गहरा जांदा होवे तो पश्चाताप करेगा, ऐ की हो जाता मैं तो, ये क्यों हो जाता है, हुण मैं नहीं करांगा, फिर करदा है। क्यों? जद बुरा कर्म करदा उहदे च पूरी एकाग्रता है, जद बाणी पढ़दा उहदे च एकाग्रता है ही नहीं, जद वाहिगुरू वाहिगुरू जपदा उहदे च एकाग्रता है ही नहीं। तो वह शुभ कर्म, वह गुरबाणी मन का हिस्सा ही नहीं बनती। कहते मैं अज 2 सुखमनी साहब दे पाठ कीते ने, पर गुरबाणी तो यह कहती है, सुखमनी साहब तो यह कहती है, किनका एक जिस जी बसावे ताकि महिमा गनी ना आवे। कीते होणगे तू 2 पाठ, अंदर ते तेरे किणका मात्र भी कोई नहीं। जिन्ने चिर तक मन की पूरी एकाग्रता ना होवे, सावधानी ना होवे, वो कर्म मन का हिस्सा नहीं बनता, नहीं बनता। जब सारी दुनिया दे बड़े बड़े सत्संगी इस तरह का प्रश्न करते हैं, ज्ञानी जी की करिए, सावधानी एकाग्रता ये तो बनती ही नहीं। मैं कहा बुरे कर्म की सावधानी इतनी वरत चुके हैं, गलत कर्म सावधानी इतनी वरत चुके हैं, बड़े प्रबल संस्कार बन गए, बड़े प्रबल संस्कार बन गए। तो जिवें बहुत वड्डा शिप जहाज फूकिया नाल नहीं चलेगा, कहते हैं छोटे साधना दे नाल वड्डे कर्म नहीं आउंदे। कोई वड्डा काम करना है
ਉਹਦੇ ਲਈ ਸਾਧਨ ਵੱਡਾ ਜੁਟਾਣਾ ਪਏਗਾ। ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਹੈ ਤੇ 100 ਚੂਹਿਆਂ ਦੀ ਖੱਲ ਨਾਲ ਵੀ ਨਹੀਂ ਮੜਿਆ ਜਾ ਸਕਦਾ, ਉੱਠਦੀ ਖੱਲ ਚਾਹੀਦੀ ਹੈ। ਕਵੀ ਰਹੀਮ। ਛੋਟੇ ਸਾਧਨਾਂ ਨਾਲ ਵੱਡਾ ਕੰਮ ਨਹੀਂ ਹੋ ਸਕਦਾ। ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਬਈ 100 ਚੂਹਿਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ, ਇੱਕ ਉੱਠ ਕਾਫੀ ਹੈ, ਨਗਾਰਾ ਮੜਿਆ ਜਾਏਗਾ। ਅਕਸਰ ਨਗਾਰੇ ਉੱਠ ਦੀ ਖੱਲ ਨਾਲ ਮੜੇ ਜਾਂਦੇ ਨੇ। ਵੱਡਾ ਕੰਮ ਵੱਡੇ ਸਾਧਨਾਂ ਨਾਲ ਹੋਵੇਗਾ। ਇੱਕ 5 ਮਿੰਟ ਵਾਹਿਗੁਰੂ ਵਾਹਿਗੁਰੂ ਤੂੰ ਕਰ ਲੈ, ਜਲਦੀ ਜਲਦੀ ਘਾਹ ਜਿਵੇਂ ਕੱਟੀ ਦਾ ਜਪਜੀ ਸਾਹਿਬ ਪੜ੍ਹ ਲਿਆ ਤੇ ਫਿਰ ਜਗ੍ਹਾ ਜਗ੍ਹਾ ਕਹਿੰਦਾ ਫਿਰਦਾ ਕੀ ਕਰੀਏ, ਮਨ ਤੇ ਇਕਾਗਰ ਨਹੀਂ ਆਉਂਦਾ, ਮਨ ਤੇ ਇਕਾਗਰ ਨਹੀਂ ਆਉਂਦਾ। ਫੂਕਿਆਂ ਦੇ ਨਾਲ ਕਦੀ ਜਹਾਜ਼ ਚੱਲਦੇ ਨੇ, ਚੂਹਿਆਂ ਦੀ ਖੱਲ ਨਾਲ ਕਿਧਰੇ ਨਗਾਰੇ ਮੜੇ ਜਾਂਦੇ ਨੇ। ਜੇ ਅੰਦਰ बुराई पहाड़ वर्गी हो गई है, बड़ी प्रबल हो गई है, तो इतनी प्रबलता, इतना समा, इतनी मेहनत नाम जपण दे चाहिदी है, तां जाके किधरे खेड बनेगी। कबीर कहते की करिए, लोगों ने राम खिलौना जाना, बच्चियां दी खेड समझे। कोई जप दी लोड़ नहीं जी, कोई तप दी लोड़ नहीं, सिर्फ विचार करो। बारंग बार बार प्रभ जपीए। ये गुरु अर्जन देव जी तो भी ज्यादा सियाणे हो गए ने। बार बार जपो, बार बार जपो। 10 दफा वाहिगुरु आखो, चलो एक दफा थोड़ा जिहा मन एकाग्र होवेगा। जपी जाओ, जपी जाओ, मेहनत करी जाओ। जिस वक्त मन पूरा होया, सावधानी पूरी हुई, इको दफा दे वाहिगुरु ने भी अंदर क्रांति पैदा कर देनी, दुनिया बदल के रख देनी है। किनका एक जिस जी बसावे, तांखी महिमा गनी ना आवे। समाज सारे दा सारा, सारी दुनिया दा बुरा होंदा जा रहा है। ये भी मैं अर्ज करा, सिर्फ एक देश की गल नहीं है। क्यों? हर बुरे कर्म दे मन एकाग्र है और पूरा कर्म फिर आदत बन गई, सुभाव बन गया। कर्म, संस्कार, सुभाव। एक कर्म मैं अज कीता है बुरा, ਉਹਦੇ ਥੋੜੇ ਜਿਹਾ ਸੰਸਕਾਰ ਬਣੇ ਨੇ। ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ, ਮੈਂ ਫਿਰ ਕੀਤਾ ਹੈ। ਸੰਸਕਾਰ ਜ਼ਰਾ ਹੋਰ ਪ੍ਰਬਲ ਬਣ ਗਏ ਨੇ। ਉਹਨਾਂ ਪ੍ਰਬਲ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ, ਮੈਂ ਫਿਰ ਕੀਤਾ ਹੈ। ਸੰਸਕਾਰ ਜ਼ਰਾ ਹੋਰ ਪ੍ਰਬਲ ਬਣ ਗਏ ਨੇ। ਬਾਰ ਬਾਰ ਉਹ ਕਰਮ ਰਿਪੀਟ ਕਰਦੇ ਆ, ਸੁਭਾਅ ਬਣ ਜਾਂਦਾ ਹੈ। ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਬਦਲੇ ਜਾ ਸਕਦੇ ਨੇ, ਸੁਭਾਅ ਨਹੀਂ ਬਦਲਿਆ ਜਾ ਸਕਦਾ। ਸੁਭਾਅ ਨਹੀਂ ਬਦਲਿਆ ਜਾ ਸਕਦਾ। ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ, ਇਹਦੇ ਤੇ